Hello everyone, this is Harvinder from Pathway Nursing Prep Center. So today we will going to learn about peptic ulcer disease. ਪੈਪਟਿਕ ਅਲਸਰ ਡਿਜ਼ੀਜ਼ ਇਹ ਬਹੁਤ ਹੀ ਜੀਆਈ ਸਿਸਟਮ ਦਾ ਬਹੁਤ ਹੀ ਇੰਪੋਰਟੈਂਟ ਟੌਪਿਕ ਹੈ। ਤੁਹਾਨੂੰ ਇਹਦੇ ਵਿੱਚ ਐਨਕਲੈਕਸ ਵਿੱਚ ਬਹੁਤ ਸਾਰੇ ਕੁਐਸਚਨਸ ਆਉਣਗੇ ਇਹਦੀ ਮੈਨੇਜਮੈਂਟ ਉੱਪਰ ਤੇ ਇਹਦੇ ਸਾਈਨ ਐਂਡ ਸਿੰਪਟਮਸ ਪੈਪਟਿਕ ਅਲਸਰਸ ਤੇ ਡਿਊਡਨਲ ਅਲਸਰਸ ਦੇ ਸਾਈਨ ਐਂਡ ਸਿੰਪਟਮਸ ਡਿਫਰੈਂਸ ਇਨ ਬਿਟਵੀਨ ਬੋਥ ਆਫ ਥੀਸ। ਸੋ ਅੱਜ ਆਪਾਂ ਇਹਨੂੰ ਡਿਟੇਲ ਵਿੱਚ ਡਿਸਕਸ ਕਰਾਂਗੇ ਵੀ ਪੈਪਟਿਕ ਅਲਸਰ ਹੁੰਦਾ ਕੀ ਹੈ, ਇਹਦੇ ਸਾਈਨ ਐਂਡ ਸਿੰਪਟਮਸ ਕੀ ਹੁੰਦੇ ਨੇ, ਟਾਈਪਸ ਕੀ ਹੁੰਦੀਆਂ ਨੇ ਤੇ ਆਪਾਂ ਇਹਨੂੰ ਮੈਨੇਜਮੈਂਟ ਕਿਦਾਂ ਕਰਦੇ ਆ, ਨਰਸਿੰਗ ਇੰਟਰਵੈਂਸ਼ਨਸ। ਸੋ ਪੈਪਟਿਕ ਅਲਸਰ ਡਿਜ਼ੀਜ਼ ਹੁੰਦਾ ਕੀ ਹੈਗਾ? It's like ulcer formation in your upper GI system, which is like your stomach, your pylorus and esophagus or duodenum. So ਜਦੋਂ ਇਹਨਾਂ ਚੀਜ਼ਾਂ ਵਿੱਚ ਤੁਹਾਡੇ ਅਲਸਰ ਫਾਰਮੇਸ਼ਨ ਹੁੰਦੀ ਆ ਉਹਨੂੰ ਕਹਿੰਦੇ ਆ ਪੈਪਟਿਕ ਅਲਸਰ ਡਿਜ਼ੀਜ਼। ਹੁਣ ਇਹ ਪੈਪਟਿਕ ਅਲਸਰ ਡਿਜ਼ੀਜ਼ ਮਤਲਬ ਅਲਸਰ ਜਿਹੜੇ ਨੇ ਕਿਉਂ ਬਣਦੇ ਨੇ? ਵੈਸੇ ਵੀ ਆਪਣੇ ਸਟਮਕ ਵਿੱਚ ਪਾਈਟਲ ਸੈਲਸ ਹੁੰਦੇ ਨੇ, ਉਹ ਆਪਣੇ ਫੂਡ ਨੂੰ ਡਾਈਜੈਸਟ ਕਰਨ ਵਾਸਤੇ ਇੱਕ HCl ਪ੍ਰੋਡਿਊਸ ਕਰਦੇ ਨੇ ਜਿਹਦੀ ਹੈਲਪ ਨਾਲ ਫੂਡ ਆਪਣਾ ਡਾਈਜੈਸਟ ਹੁੰਦਾ। ਬਟ ਡਿਊ ਟੂ ਐਨੀ ਕਾਜ਼ ਜਦੋਂ ਕਿ ਪਾਈਟਲ ਸੈਲਸ ਜ਼ਿਆਦਾ HCl ਪ੍ਰੋਡਕਸ਼ਨ ਵੱਧ ਜਾਂਦੀ ਹੈਗੀ ਤਾਂ ਉਹਦੇ ਕਰਕੇ ਤੁਹਾਡੀ ਬਾਡੀ ਵਿੱਚ ਐਸਿਡ ਵੱਧ ਜਾਂਦਾ, ਮਤਲਬ ਤੁਹਾਡੇ ਸਟਮਕ ਵਿੱਚ, ਤਾਂ ਜਿਹਦੇ ਕਰਕੇ ਅਲਸਰ ਫਾਰਮੇਸ਼ਨ ਹੋਣੀ ਸ਼ੁਰੂ ਹੋ ਜਾਂਦੀ ਹੈ। ਤੇ ਤੁਹਾਡੀ ਜਿਹੜੀ ਸਟਮਕ ਦੀ ਮੈਂਬਰੇਨ ਆ, ਮਿਊਕਸ ਮੈਂਬਰੇਨ ਹੁੰਦੀ ਹੈ, ਉਹ ਪ੍ਰੋਟੈਕਟ ਕਰਦੀ ਹੈ ਕਿ ਸਟਮਕ ਦੀ ਲਾਈਨਿੰਗ ਨੂੰ। ਬਟ ਡਿਊ ਟੂ ਐਕਸੈਸਿਵ ਅਲਸਰ ਫਾਰਮੇਸ਼ਨ ਜਿਹੜੀ ਉਹਦੀ ਲਾਈਨਿੰਗ ਆ ਉਹਦੇ ਵਿੱਚ ਡੈਮੇਜ ਹੋ ਜਾਂਦੀ ਆ ਉਹ, ਤਾਂ ਉਹਦੇ ਵਿੱਚ ਅਲਸਰਸ ਬਣ ਜਾਂਦੇ ਨੇ। ਤੇ ਹੁਣ ਆਪਾਂ ਇਹਨੂੰ ਡਿਟੇਲ ਵਿੱਚ ਡਿਸਕਸ ਕਰਦੇ ਹਾਂ। ਜਿਵੇਂ ਕਿ ਤੁਹਾਨੂੰ ਮੈਂ ਹੁਣੇ ਦੱਸਿਆ, ਇਟਸ ਅ ਅਲਸਰ ਫਾਰਮੇਸ਼ਨ ਇਨ ਦੀ ਅਪਰ GI ਸਿਸਟਮ ਵਿਚ ਅਫੈਕਟਸ ਦੀ ਲਾਈਨਿੰਗ ਆਫ ਸਟਮਕ, ਪਾਈਲੋਰਸ ਐਂਡ ਡਿਡੋਨਮ। ਉਹਦੇ ਬਾਅਦ ਵਿੱਚ ਕੀ ਹੁੰਦੀ ਹੈ? ਇਰੋਜਨ ਆਫ ਮਿਊਕਸ ਮੈਂਬਰੇਨ ਆਫ ਦੀ ਸਟਮਕ ਡਿਊ ਟੂ ਐਕਸੈਸਿਵ HCl ਪ੍ਰੋਡਕਸ਼ਨ। ਹੁਣ ਆਪਣਾ ਜਿਹੜਾ ਇਹ ਸਟਮਕ ਹੈ, ਇੱਥੇ ਈਸੋਫੇਗਸ ਹੈ, ਇੱਥੇ ਵੀ ਅਲਸਰ ਬਣ ਸਕਦਾ, ਸਟਮਕ ਦੇ ਵਿੱਚ ਬਣ ਸਕਦਾ, ਇਹ ਪਾਈਲੋਰਸ ਪਾਰਟ ਹੈ ਤੇ ਡਿਊਡਨਮ ਇਹਦੇ ਵਿੱਚ ਬਣ ਸਕਦਾ। ਜਦੋਂ ਆਪਣੀ ਜਿਹੜੀ ਸਟਮਕ ਹੈ ਇਹਦੀ ਮਿਊਕਸ ਮੈਂਬਰੇਨ ਹੁੰਦੀ ਹੈ, ਲਾਈਨਿੰਗ ਹੁੰਦੀ ਹੈ, ਪ੍ਰੋਟੈਕਟ ਕਰਦੀ ਹੈ ਆਪਣੇ ਸਟਮਕ ਨੂੰ ਫਰੋਮ ਐਸਿਡ ਵਿਚ ਇਜ਼ HCl। ਬਟ ਜਦੋਂ ਡਿਊ ਟੂ ਐਨੀ ਰੀਜ਼ਨ HCl ਦੀ ਪ੍ਰੋਡਕਸ਼ਨ ਜ਼ਿਆਦਾ ਹੋ ਜਾਂਦੀ ਹੈ ਤਾਂ ਫਿਰ ਜਿਹੜੀ ਇਹ ਸਟਮਕ ਲਾਈਨਿੰਗ ਹੈ ਡੈਮੇਜ ਹੋ ਜਾਂਦੀ ਹੈ ਤੇ ਇਹਦੇ ਵਿੱਚ ਅਲਸਰ ਫਾਰਮੇਸ਼ਨ ਹੋ ਜਾਂਦੀ ਹੈ। ਜੇ ਅਲਸਰ ਫਾਰਮੇਸ਼ਨ ਸਟਮਕ ਵਿੱਚ ਹੈ ਤਾਂ ਉਹਨੂੰ ਗੈਸਟ੍ਰਿਕ ਅਲਸਰ ਕਹਿੰਦੇ ਨੇ, ਤੇ ਜੇ ਉਹ ਡਿਊਡਨਮ ਡਾਊਨ ਪਾਰਟ ਵਿੱਚ ਹੈਗੀ ਹੈ ਤਾਂ ਉਹਨੂੰ ਕਹਿੰਦੇ ਡਿਊਡਨਲ ਅਲਸਰਸ। ਹੁਣ ਆਪਾਂ ਇਹਨਾਂ ਦੇ ਸਾਈਨ ਐਂਡ ਸਿੰਪਟਮਸ ਕਰਾਂਗੇ, ਦੋਨਾਂ ਦੇ ਸਾਈਨ ਐਂਡ ਸਿੰਪਟਮਸ ਕੀ ਹੁੰਦੇ ਨੇ, ਕਿਉਂਕਿ ਸਾਈਨ ਐਂਡ ਸਿੰਪਟਮਸ ਇਜ਼ ਵੈਰੀ ਇੰਪੋਰਟੈਂਟ ਟੂ ਡਿਸਟਿੰਗੁਇਸ਼ ਬਿਟਵੀਨ ਕਿ ਇਹ ਗੈਸਟ੍ਰਿਕ ਅਲਸਰ ਹੈ ਕਿ ਡਿਊਡਨਲ ਅਲਸਰ ਹੈ। ਤੁਹਾਡੇ ਕੋਲ ਪੇਸ਼ੈਂਟ ਆਊਗਾ, ਤੁਹਾਨੂੰ ਉਹ ਸਾਈਨ ਐਂਡ ਸਿੰਪਟਮ ਦੱਸੂਗਾ, ਤੁਹਾਨੂੰ ਉਹਦੇ ਤੋਂ ਹੀ ਪਤਾ ਲੱਗੇਗਾ ਕਿ ਪੇਸ਼ੈਂਟ ਦੀ ਅਲਸਰ ਕਿਹੜੀ ਜਗ੍ਹਾ ਤੇ ਹੈਗਾ, ਕਿ ਵਿਚ ਲੋਕੇਸ਼ਨ ਇਟਸ ਪ੍ਰੈਜ਼ੈਂਟ। ਸੋ ਲੈਟਸ ਦਿਸ ਗੈਸਟ੍ਰਿਕ ਅਲਸਰ ਕੀ ਹੁੰਦੇ ਨੇ? ਗੈਸਟ੍ਰਿਕ ਅਲਸਰ ਵਿੱਚ ਜਿਹੜੀ ਪੇਨ ਹੁੰਦੀ ਹੈ ਉਹ ਪੇਸ਼ੈਂਟ ਦੇ ਲੈਫਟ ਐਪੀਗੈਸਟ੍ਰਿਕ ਚ ਹੁੰਦੀ ਹੈ। ਪੇਸ਼ੈਂਟ ਦੇ ਇੱਥੇ ਪੇਨ ਕੰਪਲੇਨ ਕਰੇਗਾ ਲੈਫਟ ਐਪੀਗੈਸਟਰਮ ਦੇ ਵਿੱਚ, ਤੇ ਇਹ ਹੁੰਦੀ ਹੈ ਪੇਸ਼ੈਂਟ ਪੇਨ ਇਨਕਰੀਜ਼ ਵਿਦ ਫੂਡ। ਪੇਸ਼ੈਂਟ ਕੰਪਲੇਨ ਕਰਦਾ ਹੈ ਕਿ ਜਦੋਂ ਉਹ ਫੂਡ ਲੈਂਦਾ ਹੈ ਤਾਂ ਜਿਹੜੀ ਉਹਦੀ ਪੇਨ ਉਹ ਵੱਧ ਜਾਂਦੀ ਹੈ। ਕਿਉਂ ਵੱਧ ਜਾਂਦੀ ਹੈ? ਕਿਉਂਕਿ ਜਦੋਂ ਪੇਸ਼ੈਂਟ ਨੇ ਫੂਡ ਲਿਆ ਤਾਂ ਫੂਡ ਦੀ ਡਾਈਜੈਸ਼ਨ ਨੂੰ ਹੈਲਪ ਕਰਨ ਵਾਸਤੇ ਜਿਹੜਾ HCl ਉਹ ਵੀ ਜ਼ਿਆਦਾ ਵਧਣ ਲੱਗ ਜਾਂਦਾ, ਤਾਂ ਉਹਦੇ HCl ਜਿਹੜੇ ਉਹਦੇ ਵਿੱਚ ਆਲਰੇਡੀ ਅਲਸਰਸ ਹੋਏ ਹੁੰਦੇ ਨੇ, ਡਿਊ ਟੂ HCl ਪ੍ਰੋਡਕਸ਼ਨ ਕਰਕੇ ਫਿਰ ਉਹ ਬਰਨਿੰਗ ਹੋਣ ਲੱਗ ਜਾਂਦੀ ਹੈ ਪੇਸ਼ੈਂਟ ਦੀ, ਤਾਂ ਪੇਨ ਵੱਧ ਜਾਂਦੀ ਹੈ। ਮੀਨਸ ਜੇ ਪੇਸ਼ੈਂਟ ਦੇ ਗੈਸਟ੍ਰਿਕ ਅਲਸਰ ਹੈ, ਜੇ ਇਹ ਵਾਲੀ ਜਗ੍ਹਾ ਤੇ ਅਲਸਰ ਹੈ, ਜਦੋਂ ਇੱਥੇ ਫੂਡ ਆਊਗਾ HCl ਦੀ ਪ੍ਰੋਡਕਸ਼ਨ ਇਨਕਰੀਜ਼ ਹੋਏਗੀ ਡਿਊ ਟੂ ਜਿਹਦੇ ਵਿੱਚ ਪੇਸ਼ੈਂਟ ਦੇ ਆਲਰੇਡੀ ਅਲਸਰਸ ਬਣੇ ਹੋਏ ਨੇ, HCl ਦੀ ਪ੍ਰੋਡਕਸ਼ਨ ਕਰਕੇ ਉਹਦੀ ਪੇਨ ਇਨਕਰੀਜ਼ ਹੋ ਜਾਏਗੀ ਇਨ ਗੈਸਟ੍ਰਿਕ ਅਲਸਰਸ। ਸੋ ਇਟਸ ਆਲਵੇਜ਼ ਪੇਨ ਇਨਕਰੀਜ਼ ਵਿਦ ਫੂਡ। ਪੇਸ਼ੈਂਟ ਆਲਵੇਜ਼ ਕੰਪਲੇਨ ਕਰੇਗਾ ਕਿ ਜਦੋਂ ਉਹ ਫੂਡ ਲੈਂਦਾ ਉਹਦੀ ਪੇਨ ਉਦੋਂ ਵੱਧਦੀ ਆ। ਐਂਡ ਉਹਦਾ ਨੈਕਸਟ ਕਲੀਨਿਕਲ ਸਿੰਪਟਮ ਅਗਲਾ ਕੀ ਹੋਏਗਾ ਕਿ ਪੇਨ ਰਿਲੀਵ ਐਟ ਨਾਈਟ। ਪੇਨ ਰਿਲੀਵ ਐਟ ਨਾਈਟ, ਪੇਸ਼ੈਂਟ ਕਹੂਗਾ ਕਿ ਜਦੋਂ ਮੈਂ ਖਾਣਾ ਖਾਣਾ ਉਦੋਂ ਮੇਰੀ ਪੇਨ ਵੱਧ ਜਾਂਦੀ ਹੈ, ਬਟ ਰਾਤ ਨੂੰ ਜਿਹੜੀ ਪੇਨ ਅਰਾਊਂਡ ਮਿਡਨਾਈਟ ਮੇਰੀ ਪੇਨ ਘਟ ਜਾਂਦੀ ਹੈ। ਕਿਉਂ ਘਟ ਜਾਂਦੀ ਹੈ? ਕਿ ਜਦੋਂ ਪੇਸ਼ੈਂਟ ਨੇ ਖਾਣਾ ਖਾਧਾ ਉਦੋਂ HCl ਪ੍ਰੋਡਕਸ਼ਨ ਵੱਧ ਗਈ ਪੇਸ਼ੈਂਟ ਨੂੰ ਫੂਡ ਡਾਈਜੈਸਟ ਕਰਨ ਵਿੱਚ, ਉਹਦੇ ਕਰਕੇ ਜਿਹੜੇ ਅਲਸਰਸ ਬਣੇ ਉਹਦੇ ਕਰਕੇ ਪੇਨ ਹੋਣ ਲੱਗ ਗਈ ਪੇਸ਼ੈਂਟ ਨੂੰ। ਬਟ ਥੋੜੇ ਘੰਟਿਆਂ ਬਾਅਦ, 2-3 ਘੰਟਿਆਂ ਬਾਅਦ, ਜਦੋਂ ਪੇਸ਼ੈਂਟ ਦਾ ਫੂਡ ਨੀਚੇ ਆ ਜਾਂਦਾ, ਡਿਊਡੋਨਮ ਚ ਆ ਜਾਂਦਾ, ਮਤਲਬ ਕਿ ਆਲਰੇਡੀ ਪਾਸ ਕਰ ਗਿਆ, ਤਾਂ HCl ਪ੍ਰੋਡਕਸ਼ਨ ਵੀ ਘਟ ਜਾਏਗੀ ਤਾਂ ਪੇਨ ਵੀ ਘਟ ਜਾਏਗੀ। ਹੋਰ ਇਹਦੇ ਵਿੱਚ ਕੀ ਹੁੰਦਾ? ਇਹਦੇ ਵਿੱਚ weight loss ਹੁੰਦਾ। weight loss ਕਿਉਂ ਹੁੰਦਾ? ਕਿ ਪੇਸ਼ੈਂਟ ਦੀ ਜਦੋਂ ਵੀ ਪੇਸ਼ੈਂਟ ਫੂਡ ਲੈ ਰਿਹਾ ਉਹਦੀ ਪੇਸ਼ੈਂਟ ਦੀ ਪੇਨ ਸਟਾਰਟ ਹੋ ਗਈ ਤਾਂ ਪੇਸ਼ੈਂਟ ਅਵੋਇਡ ਕਰਦਾ ਫੂਡ ਨਾ ਲਵੇ। ਉਹ ਕਹਿੰਦਾ ਵੀ ਪੇਸ਼ੈਂਟ ਨੂੰ ਪੇਨ ਹੋ ਰਹੀ ਹੈ, ਫੂਡ ਲੈਣ ਦਿੰਦੇ, ਟਰਾਈ ਟੂ ਅਵੋਇਡ ਗੈਟਿੰਗ ਫੂਡ। ਸੋ weight loss ਹੁੰਦਾ ਇਹਦੇ ਵਿੱਚ। ਨੈਕਸਟ ਇਹਦਾ ਕਲੀਨਿਕਲ ਸਿੰਪਟਮ ਕੀ ਹੈ? ਹੈਮੇਟੋਮੈਸਿਸ ਹੁੰਦਾ। ਇਹ ਕੀ ਹੁੰਦਾ? ਇਹਦੇ ਵਿੱਚ ਪੇਸ਼ੈਂਟ ਬਲੱਡ ਇਨ ਵੋਮਿਟਿੰਗ। ਜਦੋਂ ਪੇਸ਼ੈਂਟ ਦੀ ਬਹੁਤ ਸਾਰੀ ਅਲਸਰ ਫਾਰਮੇਸ਼ਨ ਹੋ ਜਾਂਦੀ ਹੈ, ਜਦੋਂ ਪੇਸ਼ੈਂਟ ਫੂਡ ਲੈਂਦਾ ਤਾਂ ਜਿਹੜੇ ਅਲਸਰਸ ਹੁੰਦੇ ਨੇ ਉਹ ਬਲੀਡ ਕਰਨ ਲੱਗ ਜਾਂਦੇ ਨੇ, ਤਾਂ ਫਿਰ ਬਲੀਡਿੰਗ ਹੁੰਦੀ ਹੈ ਉਹਦੇ ਨਾਲ। ਕਿ ਜਦੋਂ ਪੇਸ਼ੈਂਟ ਨੂੰ ਵੋਮਿਟਿੰਗ ਆਉਂਦੀ ਹੈ, ਬਹੁਤ ਹੀ ਫੋਰਸਫੁਲ ਵੋਮਿਟਿੰਗ ਆਉਂਦੀ ਹੈ, ਤਾਂ ਉਹਦੇ ਨਾਲ ਬਲੱਡ ਆਉਂਦਾ ਪੇਸ਼ੈਂਟ ਨੂੰ, ਇਹਨੂੰ ਕਹਿੰਦੇ ਹੈਮੇਟੋਮੈਸਿਸ। ਹੁਣ ਆਪਾਂ ਕਰਾਂਗੇ ਡਿਊਡਨਲ ਅਲਸਰਸ। ਡਿਊਡਨਲ ਅਲਸਰਸ ਕੀ ਹੁੰਦੇ ਨੇ?
ਜਦੋਂ ਪੇਸ਼ੈਂਟ ਦੇ ਨੀਚੇ ਵਾਲੇ ਆਹ ਵਾਲੇ ਪਾਰਟ ਵਿੱਚ ਬਣਦਾ ਅਲਸਰ ਉਹਨੂੰ ਕਹਿੰਦੇ ਆ ਡਿਊਡੇਨਮ ਅਲਸਰਸ। ਇਟਸ the name of the ulcer is depending upon the location of the ulcer। ਇਹਦੇ ਵਿੱਚ ਪੇਸ਼ੈਂਟ ਕੀ ਕੰਪਲੇਨ ਕਰੇਗਾ? ਪੇਸ਼ੈਂਟ ਕਰੇਗਾ ਜਿਹੜੀ ਉਹਦੀ ਪੇਨ ਆ ਉਹ ਰਾਈਟ ਐਪੀਗੈਸਟ੍ਰਿਮ 'ਚ ਹੋ ਰਹੀ ਹੈ, ਮਤਲਬ ਰਾਈਟ ਸਾਈਡ ਤੇ ਹੋ ਰਹੀ ਆ। ਨੈਕਸਟ, ਪੇਨ ਇਨ ਡਿਕਰੀਜ਼ ਵਿਦ ਫੂਡ। ਪੇਸ਼ੈਂਟ ਕਹੂਗਾ ਕਿ ਜਦੋਂ ਉਹ ਖਾਂਦਾ ਫੂਡ ਉਦੋਂ ਪੇਨ ਘਟ ਜਾਂਦੀ ਹੈ, ਮਤਲਬ ਕਿ ਪੇਸ਼ੈਂਟ ਨੇ ਫੂਡ ਖਾਦਾ, ਫੂਡ ਤਾਂ ਇੱਥੇ ਹੋਏਗਾ ਨਾ, HCl ਪ੍ਰੋਡਕਸ਼ਨ ਇੱਥੇ ਹੋਏਗੀ, ਡਿਊਡੇਨਮ 'ਚ ਤਾਂ ਬਾਅਦ ਵਿੱਚ ਜਾਂਦਾ ਫੂਡ, ਤਾਂ ਫੂਡ ਦੇ ਨਾਲ ਉਹਨੂੰ ਕੋਈ ਪੇਨ ਨਹੀਂ ਹੁੰਦੀ। ਵਰਸਨਸ ਐਟ ਨਾਈਟ, ਪੇਸ਼ੈਂਟ ਕੰਪਲੇਨ ਕਰਦਾ ਕਿ ਜਿਹੜੀ ਉਹਦੀ ਪੇਨ ਆ ਉਹ ਰਾਤ ਨੂੰ ਵੱਧ ਜਾਂਦੀ ਹੈ, ਕਿਉਂਕਿ ਫੂਡ ਪਹਿਲਾਂ ਇੱਥੇ ਸੀਗਾ ਸਟਮਕ ਵਿੱਚ, ਬਾਅਦ ਵਿੱਚ ਇੱਥੇ ਫੂਡ ਡਾਈਜੈਸਟ ਹੋਇਆ ਤਾਂ ਇੱਥੇ ਆਇਆ। ਜਦੋਂ ਫੂਡ ਡਿਊਡੇਨਮ 'ਚ ਆਇਆ ਤਾਂ ਜਿਹੜਾ ਉਹਦੇ ਨਾਲ ਗੈਸਟ੍ਰਿਕ ਜੂਸ ਮੀਨਸ ਐਸਿਡ ਵਗੈਰਾ ਹੈ ਉਹ ਵੀ ਡਿਊਡੇਨਮ 'ਚ ਆਇਆ। ਫਿਰ ਜਿਹੜੇ ਡਿਊਡੇਨਮ 'ਚ ਅਲਸਰ ਹੁੰਦੇ ਨੇ ਉਹਨਾਂ ਦਾ ਕਰਕੇ ਪੇਨ ਹੋਣ ਲੱਗ ਜਾਂਦੀ, ਕਿਉਂਕਿ ਉਹ ਐਸਿਡ ਜਿਹੜਾ ਫੂਡ ਨਾਲ ਨੀਚੇ ਆਉਂਦਾ। ਦੈਨ ਇਹ ਆਲਵੇਜ਼ ਕੰਪਲੇਨਸ ਪੇਨ ਵਰਸਨਸ ਐਟ ਨਾਈਟ। ਦੈਨ ਇਹਦੇ ਵਿੱਚ ਕੀ ਹੋਏਗਾ? ਪੇਸ਼ੈਂਟ ਦਾ weight gain ਹੋਏਗਾ, ਸੌਰੀ ਇਟਸ ਅ weight gain, ਕਿਉਂਕਿ ਪੇਸ਼ੈਂਟ ਨੂੰ ਫੂਡ ਲੈਣ ਨਾਲ ਕੋਈ ਕੰਪਲੇਨ ਨਹੀਂ, ਪੇਨ ਨਹੀਂ ਹੋ ਰਹੀ, ਤਾਂ ਪੇਸ਼ੈਂਟ ਫੂਡ ਲੈ ਰਿਹਾ, ਬਟ ਜਦੋਂ ਫੂਡ ਨਹੀਂ ਲੈ ਰਿਹਾ, ਮਤਲਬ ਕਿ ਕਾਫੀ ਟਾਈਮ ਬਾਅਦ ਫੂਡ ਨੀਚੇ ਚਲਾ ਜਾਂਦਾ ਤਾਂ ਫਿਰ ਉਹਨੂੰ ਪੇਨ ਸਟਾਰਟ ਹੁੰਦੀ ਹੈ। ਇਹਦੇ ਵਿੱਚ ਕੀ ਸਾਈਨ ਐਂਡ ਸਿੰਪਟਮ ਹੈ? ਕਲਾਸੀਕਲ ਮੈਲੀਨਾ। ਮੈਲੀਨਾ ਕੀ ਹੁੰਦਾ? ਜਦੋਂ ਪੇਸ਼ੈਂਟ ਦੇ ਸਟੂਲ ਵਿੱਚ ਬਲੱਡ ਹੁੰਦਾ ਉਹਨੂੰ ਕਹਿੰਦੇ ਆ ਮੈਲੀਨਾ, ਕਿਉਂਕਿ ਪੇਸ਼ੈਂਟ ਦਾ ਫੂਡ ਆਲਰੇਡੀ ਡਿਊਡੇਨਮ 'ਚ ਆ ਗਿਆ, ਤੋਂ ਬਾਅਦ ਨੀਚੇ ਸਮਾਲ ਇੰਟੈਸਟਾਈਨ ਟਾਈਮ ਜਾਊਗਾ ਤਾਂ ਪੇਸ਼ੈਂਟ ਜਿਹੜਾ ਸਟੂਲ ਹੋਊਗਾ ਉਹਦੇ ਵਿੱਚ ਬਲੱਡ ਹੋਏਗਾ, ਨਾ ਕਿ ਵੋਮਿਟਿੰਗ 'ਚ ਹੋਏਗਾ। ਸੋ ਦੀਜ਼ ਆਰ ਦਾ ਕਲਾਸੀਕਲ ਸਾਈਨ ਐਂਡ ਸਿੰਪਟਮਸ ਆਫ ਗੈਸਟ੍ਰਿਕ ਐਂਡ ਡਿਊਡੇਨਲ ਅਲਸਰਸ। ਹੁਣ ਮਲੀਨਾ ਨੂੰ ਆਪਾਂ ਡਿਟੈਕਟ ਕਰਨ ਵਾਸਤੇ ਆਪਾਂ ਕੀ ਸੈਂਪਲ ਓਕਲਟ ਬਲੱਡ ਸੈਂਪਲ ਲੈਣੇ ਆ, ਜਿਹੜਾ ਕਿ ਹਿਡਨ ਬਲੱਡ ਹੁੰਦਾ ਸਟੂਲ ਵਿੱਚ, ਉਹਨੂੰ ਡਿਟੈਕਟ ਕਰਨ ਵਾਸਤੇ ਇਹਨੂੰ ਕਹਿੰਦੇ ਨੇ FBOT ਬਲੱਡ ਸੈਂਪਲ, ਸੌਰੀ ਸਟੂਲ ਸੈਂਪਲ। ਐਂਡ ਇਹਦਾ ਇੱਕ ਹੋਰ ਨਾਮ ਹੈ ਗੋਇਕ ਟੈਸਟ ਕਰਦੇ ਆ ਇਹਦੇ ਵਿੱਚ ਹਿਡਨ ਬਲੱਡ ਨੂੰ ਫਾਈਂਡ ਆਊਟ ਕਰਨ ਵਾਸਤੇ। ਇਹਦੇ ਵਿੱਚ ਪੇਸ਼ੈਂਟ ਕੀ ਕੰਪਲੇਨ ਕਰੇਗਾ ਕਿ ਉਹਨੂੰ ਬਲੈਕ ਤੇ ਟੈਰੀ ਕਲਰ ਸਟੂਲ ਹੁੰਦੇ ਨੇ। ਬਲੈਕ ਤੇ ਟੈਰੀ ਕਲਰ ਸਟੂਲ ਕਦੋਂ ਹੁੰਦੇ ਨੇ? ਜਦੋਂ ਤੁਹਾਡੇ ਸਟੂਲ ਵਿੱਚ ਬਲੱਡ ਹੁੰਦਾ ਹੈ। So these are the sign and symptoms. So now we're going to discuss about the causes. Causes means ਜਿਹੜੇ ਪੈਪਟਿਕ ਅਲਸਰ ਤੇ ਡਿਊਡੇਨਲ ਅਲਸਰ ਹੈ ਇਹਨਾਂ ਦਾ causes ਕੀ ਹੈ, ਕਿਉਂ ਹੋ ਰਹੇ ਨੇ? ਫਸਟ ਆਫ ਦਾ ਮੇਨ ਮੋਸਟ ਇੰਪੋਰਟੈਂਟ ਕਾਜ਼ ਕੀ ਹੈ? H pylori ਬੈਕਟੀਰੀਆ। ਮੋਸਟ ਆਫ ਦੀ ਜਿਹੜੇ ਗੈਸਟ੍ਰਿਕ ਤੇ ਡਿਊਡੇਨਲ ਅਲਸਰਸ ਹੁੰਦੇ ਨੇ ਇਹ ਬੈਕਟੀਰੀਆ ਕਰਕੇ ਹੁੰਦੇ ਨੇ। ਜਦੋਂ ਇਹ ਬੈਕਟੀਰੀਆ ਤੁਹਾਡੀ ਬਾਡੀ 'ਚ ਬਲੱਡ ਵਿੱਚ ਜ਼ਿਆਦਾ ਹੋ ਜਾਂਦਾ ਜਾਂ ਸਟਮਕ ਵਿੱਚ, ਤਾਂ H pylori ਕਰਕੇ ਗੈਸਟ੍ਰਿਕ ਤੇ ਡਿਊਡੇਨਲ ਅਲਸਰਸ ਹੋਣ ਲੱਗ ਜਾਂਦੇ ਨੇ। ਹੋਰ ਨੈਕਸਟ ਇਹਦੇ ਇੰਪੋਰਟੈਂਟ ਕਾਜ਼ਜ਼ ਕੀ ਨੇ? ਨਸੇਡਸ, ਜਦੋਂ ਪੇਸ਼ੈਂਟ ਜ਼ਿਆਦਾ ਟਾਈਲਨੋਲ ਲੈ ਰਿਹਾ, ਐਸਪਿਰਿਨ ਲੈ ਰਿਹਾ, ਉਹਦੇ ਕਰਕੇ ਵੀ ਅਲਸਰਸ ਹੋ ਜਾਂਦੇ ਨੇ। ਜਿਹੜੇ ਲੌਂਗ ਟਰਮ ਯੂਜ਼ਸ ਕਰਦੇ ਆ ਪੇਸ਼ੈਂਟ ਐਸਪਿਰਿਨ ਦਾ ਜਾਂ ਟਾਈਲਨੋਲ ਦਾ, ਨਸੇਡਸ ਦਾ, ਸੋ ਆਫਟਰ ਲੌਂਗ ਟਰਮ ਯੂਜ਼ ਆਫ ਨਸੇਡਸ ਇਟਸ ਅ ਕੰਪਲੀਕੇਸ਼ਨ ਫॉर ਅਲਸਰਸ। ਅਲਕੋਹਲ ਲੈਣ ਨਾਲ ਜਾਂ ਸਮੋਕ ਕਰਨ ਨਾਲ, ਜਿਹੜੇ ਪੇਸ਼ੈਂਟ ਸਮੋਕ ਲੈਂਦੇ ਨੇ ਜਾਂ ਜ਼ਿਆਦਾ ਅਲਕੋਹਲ ਰਹਿੰਦੇ ਨੇ, ਫਿਰ ਉਹਨਾਂ ਦੀ ਜਿਹੜੀ ਮਿਊਕਸ ਮੈਂਬਰੇਨ ਹੁੰਦੀ ਹੈ, ਜਿਹੜੀ ਸਟਮਕ ਨੂੰ ਪ੍ਰੋਟੈਕਟ ਕਰਦੀ ਆ, ਉਹ ਡੈਮੇਜ ਹੋਣੀ ਸ਼ੁਰੂ ਹੋ ਜਾਂਦੀ ਆ, ਜਿਹਦੇ ਕਰਕੇ ਪੇਸ਼ੈਂਟ ਦੇ ਅਲਸਰਸ ਬਣ ਜਾਂਦੇ ਨੇ। ਜ਼ਿਆਦਾ ਅਲਕੋਹਲ ਲੈਂਦੇ ਆ ਪੇਸ਼ੈਂਟ ਉਹਨਾਂ ਵਿੱਚ, ਤੇ ਜਿਹੜੇ ਜ਼ਿਆਦਾ ਸਮੋਕ ਕਰਦੇ ਆ ਉਹਨਾਂ ਵਿੱਚ। ਸੋ ਆਹ ਇਹਦੇ ਮੇਨ ਇੰਪੋਰਟੈਂਟ ਕਾਜ਼ਜ਼ ਨੇ। ਹੁਣ ਆਪਾਂ ਇਹਦੇ ਡਾਇਗਨੋਸਟਿਕ ਟੈਸਟ ਜਾਂ ਡਾਇਗਨੋਸਟਿਕ ਇਵੈਲੂਏਸ਼ਨ ਕਿੱਦਾਂ ਕਰਦੇ ਹਾਂ? ਤੁਹਾਡੇ ਕੋਲ ਪੇਸ਼ੈਂਟ ਆ ਰਿਹਾ, ਮਤਲਬ ਕੰਪਲੇਨ ਕਰ ਰਿਹਾ ਕਿ ਉਹਨੂੰ ਇਹ ਵਾਲੀ ਪੇਨ ਹੋ ਰਹੀ ਹੈ, ਉਹਦੇ ਸਟਮਕ 'ਚ ਇਹ ਵਾਲੀ ਸਾਈਡ ਤੇ ਹੋ ਰਹੀ ਹੈ, ਤੁਸੀਂ ਇਹਦਾ ਕਿੱਦਾਂ ਡਿਟੈਕਟ ਕਰੋਗੇ ਕਿ ਪੇਸ਼ੈਂਟ ਦਾ ਅਲਸਰਸ ਹੈਗੇ ਨੇ? ਇਹਦੇ ਵਿੱਚ ਆਪਾਂ ਬੇਰੀਅਮ ਸਵਾਲੋ ਟੈਸਟ ਕਰਦੇ ਹਾਂ, ਇਹਨੂੰ ਬੇਰੀਅਮ ਕੰਟਰਾਸਟ ਸਟੱਡੀ ਵੀ ਕਹਿੰਦੇ ਨੇ। ਸਵਾਲੋ ਟੈਸਟ ਵਿੱਚ ਆਪਾਂ ਪੇਸ਼ੈਂਟ ਨੂੰ ਬੇਰੀਅਮ ਇੱਕ ਲਿਕੁਇਡ ਹੁੰਦਾ ਉਹਨੂੰ ਵਾਈਟ ਕਲਰ ਦਾ, ਉਹਨੂੰ ਆਪਾਂ ਦਿੰਨੇ ਆ ਪੇਸ਼ੈਂਟ ਨੂੰ ਸਵਾਲੋ ਕਰਨ ਲਈ ਕਹਿੰਦੇ ਆ। ਤਾਂ ਉਹਦੇ ਬਾਅਦ ਵਿੱਚ ਆਪਾਂ ਐਕਸਰੇ ਕਰਦੇ ਆ, ਤਾਂ ਉਹਦੇ ਵਿੱਚ ਐਕਸਰੇ ਵਿੱਚ ਇਮੇਜਿਸ ਸ਼ੋ ਹੁੰਦੀਆਂ ਨੇ ਪੇਸ਼ੈਂਟ ਦੀ ਕਿਹੜੀ ਕਿਹੜੀ ਲੋਕੇਸ਼ਨ ਤੇ ਅਲਸਰਸ ਹੈਗੇ ਨੇ। ਨੈਕਸਟ ਇਹਦੇ ਵਿੱਚ ਆਪਾਂ ਕੀ ਕਰਦੇ ਆ? ਐਂਡੋਸਕੋਪੀ ਕਰਦੇ ਆ ਪੇਸ਼ੈਂਟ ਦੀ। ਤਾਂ ਪੇਸ਼ੈਂਟ ਦੇ ਇੱਕ ਪਾਈਪ ਔਨ ਇਟਸ ਲਾਈਕ ਅ ਕੈਮਰਾ ਅਟੈਚ ਹੁੰਦਾ ਉਹਦੇ ਨਾਲ, ਤਾਂ ਨੀਚੇ ਜਾਂਦੀ ਹੈ ਪੇਸ਼ੈਂਟ ਦੇ ਈਸੋਫੇਗਸ, ਗੈਸਟ੍ਰਿਕ, ਦੈਨ ਸਮਾਲ ਇੰਟੈਸਟਾਈਨ। ਉਹਦੇ ਵਿੱਚ ਆਪਾਂ ਡਿਟੈਕਟ ਕਰਦੇ ਹਾਂ ਕਿ ਪੇਸ਼ੈਂਟ ਦੇ ਅਲਸਰਸ ਕਿਹੜੀ ਜਗ੍ਹਾ ਨੇ ਤੇ ਕਿੱਥੇ ਕਿੱਥੇ ਨੇ। ਹੁਣ ਇਹਦੇ ਵਿੱਚ ਤੁਹਾਨੂੰ ਜਿਹੜੀ ਡਾਇਗਨੋਸਟਿਕ ਇਵੈਲੂਏਸ਼ਨ ਕਰਦੇ ਜਿਹੜੇ 2 ਟੈਸਟ ਹੁੰਦੇ, ਇਹਦੇ ਵਿੱਚ ਵੀ ਤੁਸੀਂ ਪੇਸ਼ੈਂਟ ਨੂੰ ਟੀਚ ਕਰਨਾ ਹੁੰਦਾ ਪ੍ਰੀ ਐਂਡ ਪੋਸਟ ਟੈਸਟ, ਤੁਸੀਂ ਕੀ ਪ੍ਰੀਕਾਸ਼ਨਸ ਲੈਣੀਆਂ ਨੇ ਤੇ ਕੀ ਤੁਹਾਨੂੰ ਐਡਵਾਈਸ ਕਰਨਾ ਤੁਸੀਂ ਪੇਸ਼ੈਂਟ ਨੂੰ ਵੀ ਕੀ ਤੁਹਾਨੂੰ ਕੀ ਐਕਸਪੈਕਟ ਕਰ ਸਕਦੇ ਹੋ ਆਫਟਰ ਟੈਸਟ। ਨਰਸਿੰਗ ਇੰਟਰਵੈਂਸ਼ਨਸ ਤੁਹਾਡੀਆਂ ਪ੍ਰੀ ਐਂਡ ਪੋਸਟ ਬੇਰੀਅਮ ਸਵਾਲੋ ਟੈਸਟ, ਇਹਦੇ ਵਿੱਚ ਕੀ ਹੋਣੀ ਹੈ? ਜਿਹੜੀ ਤੁਸੀਂ ਪੇਸ਼ੈਂਟ ਨੂੰ ਬੇਰੀਅਮ ਸਵਾਲੋ ਟੈਸਟ ਕਰ ਰਹੇ ਹੋ ਉਹਦੇ ਵਿੱਚ ਤੁਸੀਂ ਪੇਸ਼ੈਂਟ ਨੂੰ ਕੀ ਟੀਚ ਕਰੋਗੇ ਟੈਸਟ ਕਰਨ ਤੋਂ ਪਹਿਲਾਂ ਤੇ ਟੈਸਟ ਕਰਨ ਤੋਂ ਬਾਅਦ ਵਿੱਚ? ਟੈਸਟ ਕਰਨ ਤੋਂ ਪਹਿਲਾਂ ਆਪਾਂ ਕੀ ਕਰਦੇ ਹਾਂ? ਪੇਸ਼ੈਂਟ ਦੀ ਜਿਹੜੀ ਮੈਟਫੋਰਮਿਨ, ਜਿਹੜੇ ਡਾਇਬਟੀਜ਼ ਵਾਲੇ ਪੇਸ਼ੈਂਟ ਹੁੰਦੇ ਆ ਉਹਨਾਂ ਦੀ ਮੈਟਫੋਰਮਿਨ 48 ਆਵਰਸ ਬਿਫੋਰ ਐਂਡ ਆਫਟਰ ਹੋਲਡ ਕਰਦੇ ਆ, ਜਿਨ੍ਹਾਂ ਨੂੰ ਬੇਰੀਅਮ ਟੈਸਟ ਕਰਦੇ ਆ ਪੇਸ਼ੈਂਟਸ ਦਾ। ਦੈਨ ਐਨਪੀਓ ਰੱਖਦੇ ਆ ਉਹਨਾਂ ਨੂੰ 8 ਆਵਰਸ ਬਿਫੋਰ ਟੈਸਟ। ਪੇਸ਼ੈਂਟਸ ਨੂੰ ਕੋਈ ਵੀ ਪ੍ਰੋਸੀਜਰ ਤੋਂ ਪਹਿਲਾਂ ਐਨਪੀਓ ਰੱਖਦੇ ਆ ਤਾਂ ਕਿ ਜੇ ਪੇਸ਼ੈਂਟ ਦਾ ਆਪਾਂ ਬੇਰੀਅਮ ਸਵਾਲੋ ਟੈਸਟ ਕਰਾਂਗੇ
ਪੇਸ਼ੈਂਟ ਦੇ ਮੀਲਸ ਨਾ ਹੋਣ, ਕਿਉਂਕਿ ਆਪਾਂ ਜੇ ਉਹਨੂੰ ਫੂਡ ਹੋਊਗਾ ਤਾਂ ਆਪਾਂ ਚੰਗੀ ਤਰ੍ਹਾਂ ਜਿਹੜੀਆਂ ਤੁਹਾਡੀਆਂ ਸਟਮਕ ਦੀਆਂ ਇਮੇਜਿਸ ਉਹ ਨਹੀਂ ਆ ਸਕਣਗੀਆਂ, ਤਾਂ ਕਰਕੇ ਆਪਾਂ ਐਨਪੀਓ ਰੱਖਦੇ ਹਾਂ। ਗਿਵ ਫਲੂਇਡਸ ਐਂਡ ਲੈਗਜ਼ੇਟਿਵਸ ਆਫਟਰ ਟੈਸਟ। ਆਫਟਰ ਟੈਸਟ ਕਿਉਂਕਿ ਬੇਰੀਅਮ ਨੂੰ ਆਪਾਂ ਐਕਸਕ੍ਰੀਟ ਕਰਨ ਵਾਸਤੇ ਬੋਡੀ ਚੋਂ ਉਹਨੂੰ ਜ਼ਿਆਦਾ ਫਲੂਇਡਸ ਦਿੰਦੇ ਆ ਤੇ ਲੈਗਜ਼ੇਟਿਵ ਦਿੰਦੇ ਆਗੇ, ਕਿਉਂਕਿ ਬੇਰੀਅਮ ਆਲਸੋ ਕਾਜ਼ਸ ਕਨਸਟੀਪੇਸ਼ਨ ਇਨ ਪੇਸ਼ੈਂਟਸ। ਜਿੰਨਾ ਪੇਸ਼ੈਂਟਸ ਨੂੰ ਆਪਾਂ ਬੇਰੀਅਮ ਸਵਾਲੋ ਟੈਸਟ ਦਿੱਤਾ ਹੁੰਦਾ, ਉਹ ਪੇਸ਼ੈਂਟਸ ਕਈ ਵਾਰੀ ਕਨਸਟੀਪੇਸ਼ਨ ਦੀ ਕੰਪਲੇਨ ਕਰਦੇ ਆ, ਤਾਂ ਕਰਕੇ ਉਹਨਾਂ ਨੂੰ ਆਪਾਂ ਲੈਗਜ਼ੇਟਿਵਸ ਦਿੰਦੇ ਆ। ਹੁਣ ਇਹਦੇ ਵਿੱਚ ਤੁਸੀਂ ਪੇਸ਼ੈਂਟ ਐਜੂਕੇਸ਼ਨ ਕੀ ਦੇਣੀ ਹੈਗੀ, ਪੇਸ਼ੈਂਟ ਦਾ ਬੇਰੀਅਮ ਟੈਸਟ ਹੋਇਆ ਤੁਸੀਂ ਉਹਨੂੰ ਕੀ ਕੁਛ ਕਹੋਗੇ ਬਾਅਦ ਵਿੱਚ, ਮੀਨਸ ਪੋਸਟ ਆਪ ਐਜੂਕੇਸ਼ਨ। ਪੇਸ਼ੈਂਟ ਕੰਪਲੇਨ ਕਰ ਸਕਦਾ ਕਿ ਉਹਨੂੰ ਵਾਈਟ ਚੌਕੀ ਸਟੂਲਸ ਹੋਣਗੇ, ਇਹ ਕੀ ਹੈ ਐਕਸਪੈਕਟਡ ਹੈ, ਕਿਉਂਕਿ ਬੇਰੀਅਮ ਜਿਹੜਾ ਹੁੰਦਾ ਉਹ ਵਾਈਟ ਕਲਰ ਦਾ ਹੁੰਦਾ, ਤਾਂ ਪੇਸ਼ੈਂਟ ਦੇ ਜੇ ਪੇਸ਼ੈਂਟ ਤੁਹਾਨੂੰ ਕੰਪਲੇਨ ਕਰ ਰਿਹਾ ਕਿ ਵਾਈਟ ਚੌਕੀ ਸਟੂਲਸ ਨੇ ਆਫਟਰ ਬੇਰੀਅਮ ਸਵਾਲੋ ਟੈਸਟ, ਦੈਨ ਇਟਸ ਐਕਸਪੈਕਟਡ ਸਾਈਨ ਐਂਡ ਸਿਮਟਮਸ, ਬਿਕੋਜ਼ ਬੇਰੀਅਮ ਦਾ ਕਲਰ ਵੀ ਵਾਈਟ ਹੁੰਦਾ, ਸੋ ਇਟਸ ਐਕਸਕ੍ਰੀਟਿੰਗ ਫਰਮ ਦਾ ਬੋਡੀ, ਇਟਸ ਵਿਚ ਇਜ਼ ਅ ਗੁੱਡ ਸਾਈਨ, ਲਾਈਕ ਬੇਰੀਅਮ ਇਜ਼ ਗੈਟਿੰਗ ਆਊਟ ਫਰਮ ਦਾ ਬੋਡੀ। ਅਨਐਕਸਪੈਕਟਡ ਸਾਈਨ ਐਂਡ ਸਿਮਟਮਸ ਕੀ ਹੈ, ਜੇ ਪੇਸ਼ੈਂਟ ਤੁਹਾਨੂੰ ਕੰਪਲੇਨ ਕਰੇਗਾ ਕਿ ਉਹਨੂੰ ਫੀਵਰ ਹੋ ਗਿਆ ਵਿਚ ਇਜ਼ ਮੋਰ ਦੈਨ 100 ਐਂਡ ਫਾਰਨੀਟ, ਐਬਡੋਮੀਨਲ ਸਵੀਅਰ ਐਬਡੋਮੀਨਲ ਪੇਨ ਹੋ ਰਹੀ ਹੈ ਪੇਸ਼ੈਂਟ ਦੇ, ਕਨਸਟੀਪੇਸ਼ਨ ਫॉर ਮੋਰ ਦੈਨ 24 ਆਵਰ, ਤੁਸੀਂ ਲੈਗਜ਼ੇਟਿਵ ਦਿੱਤੇ ਨੇ ਤਾਂ ਵੀ ਕਨਸਟੀਪੇਸ਼ਨ ਠੀਕ ਨਹੀਂ ਹੋ ਰਹੀ, ਤਾਂ ਇਹ ਜਿਹੜੇ ਸਾਈਨਸ ਹੈ ਅਨਐਕਸਪੈਕਟਡ ਹੈਗੇ, ਤੁਹਾਨੂੰ ਫਟਾਫਟ ਡਾਕਟਰ ਨੂੰ ਦੱਸਣਾ ਪਏਗਾ। ਸੋ ਯੂ ਹੈਵ ਟੂ ਰਿਪੋਰਟ ਟੂ ਦੀ MRP ਔਰ HCP ਇਮੀਡੀਏਟਲੀ ਇਫ ਪੇਸ਼ੈਂਟ ਇਜ਼ ਕੰਪਲੇਨਿੰਗ ਅਬਾਊਟ these ਸਾਈਨ ਐਂਡ ਸਿਮਟਮਸ। ਨੈਕਸਟ ਆਪਾਂ ਕਰਾਂਗੇ ਪ੍ਰੀ ਐਂਡ ਪੋਸਟ ਐਂਡੋਸਕੋਪੀ। ਇਹਦੇ ਵਿੱਚ ਆਪਾਂ ਪੇਸ਼ੈਂਟ ਦੇ ਕੀ ਧਿਆਨ ਰੱਖਣਾ ਹੈਗਾ, ਕੀ ਆਪਾਂ ਉਹਨਾਂ ਨੂੰ ਐਜੂਕੇਸ਼ਨ ਦੇਣੀ ਹੈ। ਸੇਮ ਪ੍ਰੀ ਕੀ ਹੈ, ਪੇਸ਼ੈਂਟ ਨੂੰ 8 ਆਵਰਸ ਵਾਸਤੇ ਐਨਪੀਓ ਰੱਖਾਂਗੇ, ਕਿਉਂਕਿ ਜਦੋਂ ਆਪਾਂ ਐਂਡੋਸਕੋਪੀ ਕਰਦੇ ਹਾਂ ਪੇਸ਼ੈਂਟ ਦੇ ਇੱਕ ਟਿਊਬ ਪਾਉਣੇ ਆ, ਉਹਦੇ ਕਰਕੇ ਪੇਸ਼ੈਂਟ ਦਾ ਗੈਗ ਰਿਫਲੈਕਸ ਹੁੰਦਾ, ਪੇਸ਼ੈਂਟ ਦੇ ਰੀਜਰਜੀਟੇਸ਼ਨ ਹੋਣ ਦੇ ਚਾਂਸਿਸ ਜ਼ਿਆਦਾ ਹੁੰਦੇ ਆ, ਵਿਚ ਇਜ਼ ਅਗੇਨ ਅ ਰਿਸਕ ਫॉर ਐਸਪੀਰੇਸ਼ਨ। ਸੋ ਐਨਪੀਓ ਰੱਖਦੇ ਆ 8 ਆਵਰਸ ਲਈ। ਇੱਕ ਟੌਪੀਕਲ ਐਨਸਥੀਸੀਆ ਦਿੰਦੇ ਆ ਤਾਂ ਕਿ ਜਿਹੜੀ ਆਪਾਂ ਟਿਊਬ ਪਾਉਣੀ ਆ ਉਹਦਾ ਲੋਕਲ ਆਪਾਂ ਐਨਸਥੈਟਿਕ ਏਜੰਟ ਯੂਜ਼ ਕਰਦੇ ਹਾਂ ਲਿਗਨੋਕੇਨ, ਤਾਂ ਕਿ ਪੇਸ਼ੈਂਟ ਨੂੰ ਪੇਨ ਨਾ ਹੋਵੇ ਤੇ ਜਿਹੜਾ ਗੈਗ ਰਿਫਲੈਕਸ ਹੈ ਉਹਨੂੰ ਖਤਮ ਕਰਨ ਵਾਸਤੇ, ਤੇ ਤਾਂ ਕਿ ਰੀਜਰਜੀਏਸ਼ਨ ਹੋਵੇ ਪੇਸ਼ੈਂਟ 'ਚ। ਪੋਸਟ ਪ੍ਰੋਸੀਜਰ ਤੁਸੀਂ ਕੀ ਪ੍ਰੀਕਾਸ਼ਨਸ ਦੱਸਣੀਆਂ ਨੇ ਪੇਸ਼ੈਂਟ ਨੂੰ, ਜਾਂ ਤੁਸੀਂ ਕੀ ਟੀਚਿੰਗ ਦੇਣੀ ਹੈ। ਇਹਦੇ ਵਿੱਚ ਜਦੋਂ ਆਪਾਂ ਐਂਡੋਸਕੋਪੀ ਕਰਦੇ ਹਾਂ ਇਹਦੇ ਵਿੱਚ ਚਾਂਸਿਸ ਹੁੰਦੇ ਨੇ ਪਰਫੋਰੇਸ਼ਨ ਦੇ, ਤਾਂ ਪੇਸ਼ੈਂਟ ਤੁਸੀਂ ਦੱਸਣਾ ਵੀ ਜੇ ਤੁਹਾਨੂੰ ਇਹ ਵਾਲੇ ਸਾਈਨ ਐਂਡ ਸਿਮਟਮਸ ਲੱਗ ਰਹੇ ਨੇ ਤਾਂ ਤੁਸੀਂ ਇਮੀਡੀਏਟਲੀ ਰਿਪੋਰਟ ਕਰਨਾ, ਇਟ ਮੀਨਸ ਪੇਸ਼ੈਂਟ ਨੂੰ ਪਰਫੋਰੇਸ਼ਨ ਹੋ ਰਹੀ ਆ। ਜੇ ਪੇਸ਼ੈਂਟ ਦਾ ਰਿਜਿਡ ਐਬਡੋਮਨ ਹੈ, ਪੇਸ਼ੈਂਟ ਕੰਪਲੇਨ ਕਰਦਾ ਕਿ ਉਹਦਾ ਜਿਹੜਾ ਐਬਡੋਮਨ ਆ ਬਹੁਤ ਹੀ ਜ਼ਿਆਦਾ ਹਾਰਡ ਹੈ ਤੇ ਟੈਂਡਰ ਹੈ, ਪੇਨ ਕੰਪਲੇਨ ਕਰਦਾ ਹੈ ਲੈਫਟ ਅਪਰ ਕੁਆਡਰੈਂਟ, ਫੀਵਰ ਅਗੇਨ ਐਂਡ ਰੀਬਾਊਂਡ ਟੈਂਡਰਨੈਸ ਐਂਡ BP ਪੇਸ਼ੈਂਟ ਦਾ ਘਟ ਰਿਹਾ ਤੇ ਹਾਰਟ ਰੇਟ ਵੱਧ ਰਹੀ ਹੈ, ਇਹ ਸਾਰੇ ਸਾਈਨ ਐਂਡ ਸਿਮਟਮਸ ਹੈਗੇ ਨੇ ਪਰਫੋਰੇਸ਼ਨ ਦੇ। ਜੇ ਪਰਫੋਰੇਸ਼ਨ ਹੋ ਰਹੀ ਹੈ ਪੇਸ਼ੈਂਟ ਨੂੰ ਆਫਟਰ ਐਂਡੋਸਕੋਪੀ, ਤਾਂ ਹੋ ਸਕਦਾ ਕਿ ਪੇਸ਼ੈਂਟ ਨੂੰ ਪੈਰੀਟੋਨਾਈਟਿਸ ਹੋਵੇ, ਵਿਚ ਇਜ਼ ਅਗੇਨ big medical emergency for the patients after this procedure. So you have to be carefully considering these points. Then ਹੁਣ ਸਾਰੇ ਪੇਸ਼ੈਂਟ ਦੇ ਜਿਹੜੇ ਪੈਪਟਿਕ ਅਲਸਰ ਡਿਜ਼ੀਜ਼ ਬਾਰੇ ਇਹਦੇ ਵਿੱਚ ਟ੍ਰੀਟਮੈਂਟ ਕੀ ਦੇਵਾਂਗੇ ਪੇਸ਼ੈਂਟ ਨੂੰ, ਇਹ ਆਪਾਂ ਕਿੱਦਾਂ ਟ੍ਰੀਟ ਕਰਦੇ ਹਾਂ ਪੇਸ਼ੈਂਟ ਨੂੰ। ਫਸਟ ਆਫ ਆਲ ਐਂਟੀਬਾਇਓਟਿਕਸ, ਜੇ ਤੁਹਾਨੂੰ ਲੱਗ ਰਿਹਾ ਕਿ ਜਿਹੜਾ ਇਹਦਾ ਕਾਜ਼ ਹੈ H. pylori ਬੈਕਟੀਰੀਆ ਕਰਕੇ ਹੈ, ਤਾਂ ਉਹ ਵਾਲੇ ਪੇਸ਼ੈਂਟ ਨੂੰ ਆਪਾਂ ਐਂਟੀਬਾਇਓਟਿਕਸ ਨਾਲ ਟ੍ਰੀਟ ਕਰਾਂਗੇ। ਹੁਣ ਐਂਟੀਬਾਇਓਟਿਕਸ ਕੀ ਦੇ ਸਕਦੇ ਹਾਂ, ਟੈਟਰਾਸਾਈਕਲਿਨ ਦੇ ਸਕਦੇ ਹਾਂ, ਮੌਕਸੀਸਿਲਿਨ। ਇਹ ਐਂਟੀਬਾਇਓਟਿਕਸ ਦੇਣ ਵੇਲੇ ਵੀ ਧਿਆਨ ਰੱਖਣਾ ਹੁੰਦਾ ਕਈ ਚੀਜ਼ਾਂ, ਜਿਵੇਂ ਟੈਟਰਾਸਾਈਕਲਿਨ ਆ ਪ੍ਰੈਗਨੈਂਟ ਵਿਮਨ ਨੂੰ ਦਿੰਦੇ, ਤੇ ਜਿਹੜੇ ਚਿਲਡਰਨ ਬਿਲੋ ਦੈਨ 8 ਇਅਰਸ ਉਹਨਾਂ ਨੂੰ ਆਪਾਂ ਟੈਟਰਾਸਾਈਕਲਿਨ ਨਹੀਂ ਦਿੰਦੇ। ਮਿਲਕ ਪ੍ਰੋਡਕਟਸ ਨਾਲ ਨਹੀਂ ਦਿੰਦੇ, ਆਇਰਨ ਸਪਲੀਮੈਂਟਸ ਤੇ ਐਂਟਾਸਿਡਸ ਇਹਨਾਂ ਨਾਲ ਆਪਾਂ ਐਂਟੀਬਾਇਓਟਿਕਸ ਨਹੀਂ ਦਿੰਦੇ। ਐਮੌਕਸੀਸਿਲਿਨ ਵਿੱਚ ਕੀ ਧਿਆਨ ਰੱਖਣਾ ਹੁੰਦਾ, ਪੇਸ਼ੈਂਟ ਦਾ ਅਲਰਜੀ ਟੈਸਟ ਕਰਨਾ ਹੁੰਦਾ, ਨਹੀਂ ਤਾਂ ਐਨਾਫਾਈਲੈਕਟਿਕ ਰਿਐਕਸ਼ਨ ਹੋਣ ਦੇ ਚਾਂਸਿਸ ਨੇ, ਕਿਉਂਕਿ ਕਈ ਪੇਸ਼ੈਂਟਸ ਪੈਨਸਿਲਿਨ ਤੋਂ ਅਲਰਜਿਕ ਹੁੰਦੇ ਨੇ। ਤਾਂ ਇਹ ਆਪਾਂ ਚੀਜ਼ਾਂ ਦਾ ਧਿਆਨ ਰੱਖਣਾ ਜੇ ਆਪਾਂ ਪੇਸ਼ੈਂਟ ਨੂੰ ਐਂਟੀਬਾਇਓਟਿਕਸ ਦੇ ਰਹੇ ਹਾਂ। ਪੇਸ਼ੈਂਟ ਨੂੰ ਐਜੂਕੇਟ ਕਰਨਾ ਹੈ ਕਿ ਜਿਹੜੀ ਉਹਨਾਂ ਨੇ ਐਂਟੀਬਾਇਓਟਿਕਸ ਹੈ ਉਹ ਫੂਡ ਦੇ ਨਾਲ ਲੈਣੀ ਹੈਗੀ, ਕਿਸੇ ਵੀ ਹੋਰ ਮੈਡੀਸਿਨ ਦੇ ਨਾਲ ਨਹੀਂ ਲੈਣੀ, ਹਮੇਸ਼ਾ 2 ਆਵਰਸ ਦਾ ਗੈਪ ਰੱਖਣਾ ਹੈ ਕਿਸੇ ਵੀ ਹੋਰ ਮੈਡੀਸਿਨ ਤੋਂ, ਤੇ ਮਿਲਕ ਪ੍ਰੋਡਕਟਸ ਨਾਲ ਹੀ ਲੈਣੀ, ਕਿਉਂਕਿ ਇਹਦੀ ਜਿਹੜੀ ਅਬਜ਼ੋਰਪਸ਼ਨ ਆ ਉਹ ਘੱਟ ਜਾਂਦੀ ਹੈ। ਜੇ ਪੇਸ਼ੈਂਟ ਪ੍ਰੈਗਨੈਂਟ ਆ, ਐਕਸਪੈਕਟਿੰਗ ਮਦਰ ਆ, ਜਾਂ ਬੇਬੀ ਆ ਲਾਈਕ ਲੈਸ ਦੈਨ 8 ਇਅਰਸ, ਤਾਂ ਉਹਨਾਂ ਵਿੱਚ ਆਪਾਂ ਨਹੀਂ ਦੇ ਸਕਦੇ ਟੈਟਰਾਸਾਈਕਲਿਨ। ਨੈਕਸਟ ਆਪਾਂ ਇਹਦੇ ਵਿੱਚ ਕੀ ਦਿੰਦੇ ਹਾਂ, H2 ਰਿਸੈਪਟਰ ਬਲੋਕਰਸ ਦਿੰਦੇ ਹਾਂ, ਜਿਵੇਂ ਕਿ ਰੈਨੀਟੀਡੀਨ, ਜਿਹੜੀਆਂ ਵੀ ਮੈਡੀਸਿਨ ਜਿਹਦੇ ਪਿੱਛੇ ਇਨ ਲੱਗਦਾ ਰੈਨੀਟੀਡੀਨ, ਫੈਮੋਟੀਡੀਨ, ਇਹ ਸਾਰੀਆਂ H2 ਰਿਸੈਪਟਰ ਬਲੋਕਰਸ ਹੁੰਦੀਆਂ। ਇਹ ਕੀ ਕਰਦੀਆਂ ਕਿ ਜਿਹੜੀ ਤੁਹਾਡੀ HCl ਦੀ ਪ੍ਰੋਡਕਸ਼ਨ ਹੈਗੀ ਉਹਨੂੰ ਬਲੋਕ ਕਰਦੀਆਂ ਨੇ, ਰਿਸੈਪਟਰਸ ਨੂੰ, ਪੈਰਾਈਟਲ ਸੈਲਸ ਦੇ ਰਿਸੈਪਟਰਸ ਹੁੰਦੇ ਨੇ, ਤਾਂ ਫਿਰ ਇਹਦੀ ਪ੍ਰੋਡਕਸ਼ਨ ਘਟ ਜਾਂਦੀ ਹੈ ਕਿ ਜਿਹੜਾ HCl ਉਹ ਘੱਟ ਬਣੇ। ਇਹਦੇ ਵਿੱਚ ਆਪਾਂ ਕੀ ਪੇਸ਼ੈਂਟ ਨੂੰ ਐਜੂਕੇਟ ਕਰਨਾ ਹੈ ਕਿ 30 ਮਿੰਟਸ ਬਿਫੋਰ ਮੀਲਸ ਲੈਣੀਆਂ ਨੇ, ਮੀਲ ਤੋਂ ਅੱਧਾ ਘੰਟਾ ਪਹਿਲਾਂ ਲੈਣੀਆਂ ਨੇ। ਜਿਹੜੇ ਪੇਸ਼ੈਂਟ ਸਮੋਕਿੰਗ ਕਰਦੇ ਉਹਨਾਂ ਨੂੰ ਕਹਿਣਾ ਕਿ ਸਮੋਕਿੰਗ ਨਹੀਂ ਕਰਨੀ, ਅਵੋਇਡ ਕਰਨੀ ਹੈ, ਕਿਉਂਕਿ ਸਮੋਕਿੰਗ ਦੇ ਨਾਲ ਐਬਜ਼ੋਰਪਸ਼ਨ ਘਟੇਗੀ ਇਹਦੀ। ਅਲਕੋਹਲ ਤੇ ਕੋਈ ਵੀ ਨਸੇਡਸ ਜਿਵੇਂ ਟਾਇਲਨੋਲ, ਐਸਪਰਿਨ ਇਹ ਨਹੀਂ ਲੈਣੀਆਂ ਜੇ ਪੇਸ਼ੈਂਟ H2 ਰਿਸੈਪਟਰ ਬਲੋਕਰਸ ਲੈ ਰਿਹਾ। ਥਰਡ ਵਨ ਇਜ਼ ਪ੍ਰੋਟੋਨ ਪੰਪ ਇਨਹਿਬਿਟਰਸ।
ਇਹਦੀ ਐਗਜ਼ਾਮਪਲ ਕੀ ਹੈ, ਪੈਂਟਾਪੈਰਾਜ਼ੋਲ। ਇਹ ਹੁੰਦੇ ਨੇ ਪ੍ਰੋਟੋਨ ਪੰਪ ਇਨਹਿਬਿਟਰਸ। ਇਹ ਵੀ ਇਨਹਿਬਿਟ ਕਰਦੇ ਨੇ ਜਿਹੜੀਆਂ ਐਂਟਾਸਿਡ ਆ ਉਹ ਘੱਟ, ਜਿਹੜੀ HCl ਦੀ ਪ੍ਰੋਡਕਸ਼ਨ ਉਹ ਘੱਟ ਹੋਵੇ। ਇਹਦੇ ਵਿੱਚ ਆਪਾਂ ਕੀ ਧਿਆਨ ਰੱਖਣਾ ਹੈ, ਕਾਂਟਰਾ ਇੰਡੀਕੇਸ਼ਨਸ ਕੀ ਹੁੰਦੀਆਂ ਨੇ, ਪ੍ਰੈਗਨੈਂਸੀ, ਪ੍ਰੈਗਨੈਂਟ ਵੂਮਨਸ ਵਿੱਚ ਨਹੀਂ ਦਿੰਦੇ ਪ੍ਰੋਟੋਨ ਪੰਪ ਇਨਹਿਬਿਟਰਸ। ਇਹਦੇ ਵਿੱਚ ਆਪਾਂ ਕੋਈ ਹੋਰ ਡਰਗ ਦੇਵਾਂਗੇ, ਮੀਨਸ H2 ਰਿਸੈਪਟਰ ਬਲੋਕਰ ਦੇ ਸਕਦੇ, ਬਟ ਪੈਂਟਾਪੈਰਾਜ਼ੋਲ ਤੇ ਪ੍ਰੋਟੋਨ ਪੰਪ ਇਨਹਿਬਿਟਰਸ ਨਹੀਂ ਦਿੰਦੇ। ਇਹ ਪ੍ਰੋਫਾਈਲੈਕਟਲੀ ਕੀ ਮੈਨੇਜ ਕਰਦੇ ਨੇ, ਸਟ੍ਰੈਸ ਅਲਸਰਸ ਨੂੰ। ਮੀਨਸ ਜੇ ਕੋਈ ਪੇਸ਼ੈਂਟ ਦੀ ਸਰਜਰੀ ਹੋਈ ਹੈ ਜਾਂ ਉਹਦੀ ਕੋਈ ਡਿਜ਼ੀਜ਼ ਕੰਡੀਸ਼ਨ ਉਹ ਵਰਸ ਹੋ ਰਹੀ ਆ, ਤਾਂ ਆਲਰੇਡੀ ਪੇਸ਼ੈਂਟ ਨੂੰ ਇਹਨਾਂ ਦੇ ਪ੍ਰੋਫਾਈਲੈਕਟਿਕ ਮੈਜਰ ਸਟਾਰਟ ਕਰ ਦਿੰਦੇ ਨੇ ਪ੍ਰੋਟੀਨ। ਤੁਸੀਂ ਦੇਖਿਆ ਹੋਵੇਗਾ ਜਦੋਂ ਵੀ ਕੋਈ ਪੇਸ਼ੈਂਟ ਐਡਮਿਟ ਹੁੰਦਾ ਹਸਪੀਟਲ ਵਿੱਚ, ਉਹਨਾਂ ਦੇ ਪ੍ਰੋਟੋਨ ਪੰਪ ਇਨਹਿਬਿਟਰਸ ਹੋਰ ਬਾਕੀ ਮੈਡੀਸਿਨਸ ਨੇ ਚੱਲਦੇ ਰਹਿੰਦੇ ਨੇ। ਇਹ ਕਿਉਂ, ਇਹ ਆਪਾਂ ਟੂ ਪ੍ਰੀਵੈਂਟ ਸਟ੍ਰੈਸ ਅਲਸਰਸ, ਤਾਂ ਕਿ ਜਿਹੜੀ ਉਹਨਾਂ ਦੀ ਡਿਜ਼ੀਜ਼ ਕੰਡੀਸ਼ਨ ਆ ਉਹ ਜਿਹੜੇ ਆਲਰੇਡੀ ਮੈਡੀਸਿਨ ਲੈ ਰਿਹਾ ਤਾਂ ਉਹਦੇ ਵਿੱਚ ਅਲਸਰਸ ਨਾ ਬਣਨ। ਨੈਕਸਟ ਵਨ ਕੀ ਹੈ, ਜਿਹੜੇ ਪ੍ਰੋਟੋਨ ਪੰਪ ਇਨਹਿਬਿਟਰਸ ਨੇ ਉਹ ਆਸਟੀਓਪੋਰੋਸਿਸ ਕਰਦੇ ਨੇ ਐਲਡਰ ਪੀਪਲ ਵਿੱਚ। ਤਾਂ ਆਪਾਂ ਉਹਨਾਂ ਨੂੰ ਕੀ ਕਰਨਾ, ਉਹਨਾਂ ਦੇ ਨਾਲ ਆਪਾਂ ਕੈਲਸ਼ੀਅਮ ਤੇ ਵਾਈਟਾਮਿਨ ਸਪਲੀਮੈਂਟਸ ਨਾਲ ਦੇਣੇ ਨੇ, ਤਾਂ ਕਿ ਪੇਸ਼ੈਂਟ ਦੀ ਜਿਹੜੀ ਹੈ ਕੈਲਸ਼ੀਅਮ ਤੇ ਵਾਈਟਾਮਿਨ ਲੈਵਲਸ ਘਟਣ ਨਾ, ਪੇਸ਼ੈਂਟ ਦੀ ਆਸਟੀਓਪੋਰੋਸਿਸ ਪ੍ਰੀਵੈਂਟ ਹੋਵੇ। ਤੇ ਪੇਸ਼ੈਂਟ ਨੂੰ ਆਪਾਂ ਕੀ ਕਹਿੰਦੇ ਕਿ ਬੋਨ ਡੈਂਸਿਟੀ ਟੈਸਟ ਕਰਵਾਉਣਾ ਰੈਗੂਲਰਲੀ। ਲਾਸਟ ਵਨ ਇਜ਼ ਕਾਜ਼ ਸੀ ਡਿਫ ਇਨਫੈਕਸ਼ਨ। ਜਿਹੜੇ ਪ੍ਰੋਟੋਨ ਪੰਪ ਇਨਹਿਬਿਟਰਸ ਹੁੰਦੇ ਨੇ, ਕਿਉਂਕਿ ਇਹ ਜਿਹੜੀ ਐਸਿਡ ਦੀ ਪ੍ਰੋਡਕਸ਼ਨ ਉਹਨੂੰ ਘਟਾਉਂਦੇ ਨੇ, ਤਾਂ ਫਿਰ ਜਿਹੜਾ ਸਟਮਕ ਆ ਉਹਦੇ ਵਿੱਚ ਐਲਕਲਿਨ ਲੈਵਲ ਜ਼ਿਆਦਾ ਵੱਧ ਜਾਂਦਾ, ਐਲਕੋਲੋਸਿਸ ਹੋ ਜਾਂਦਾ ਤੁਹਾਡਾ এনवायरमेंट ਸਟਮਕ ਦਾ। ਤੇ ਜਿਹੜਾ ਕਿ ਸੀ ਡਿਫ ਬੈਕਟੀਰੀਆ ਇਹ ਗਰੋ ਕਰਦਾ ਐਲਕਲਾਈਨ এনवायरमेंट ਵਿੱਚ, ਤੇ ਇਹਦੇ ਚਾਂਸਸ ਹੁੰਦੇ ਨੇ ਕਿ ਪੇਸ਼ੈਂਟ ਨੂੰ ਸੀ ਡਿਫ ਇਨਫੈਕਸ਼ਨ ਹੋ ਸਕਦੀ ਹੈ। ਹੋਰ ਆਪਾਂ ਇਹਦੇ ਵਿੱਚ ਕੀ ਦਿੰਦੇ ਹਾਂ, ਸੁਕਰੈਲਫੇਟਿਕ ਮੈਡੀਸਿਨ ਦਿੰਦੇ ਹਾਂ ਐਂਟਾਸਿਡ। ਇਹ ਕੀ ਕਰਦੀ ਹੈ, ਜਿਹੜੀ ਤੁਹਾਡੀ ਸਟਮਕ ਦੀ ਮਿਕੋਜ਼ਲ ਮੈਂਬਰੇਨ ਆ ਜਿਵੇਂ ਲਾਈਨਿੰਗ ਆ ਉਹਨੂੰ ਕਵਰ ਕਰ ਲੈਂਦੀ, ਜਿੰਨਾ ਕਿ ਆਪਾਂ ਬਾਹਰ ਜਾਣ ਵੇਲੇ ਸਨਸਕ੍ਰੀਨ ਲਾਉਣੀ ਆਪਣੀ ਸਕਿਨ ਨੂੰ ਪ੍ਰੋਟੈਕਟ ਕਰਦੀ ਹੈ। ਸੁਕਰੈਲਫੇਟਿਕ ਇਦਾਂ ਦੀ ਲਿਕੁਇਡ ਸੋਲੂਸ਼ਨ ਹੈ ਜਿਹੜੀ ਕਿ ਤੁਹਾਡੀ ਸਟਮਕ ਦੀ ਮੈਂਬਰੇਨ ਆ ਲਾਈਨਿੰਗ ਆ ਉਹਨੂੰ ਪ੍ਰੋਟੈਕਟ ਕਰਦੀ, ਇੱਕ ਲੇਅਰ ਬਣ ਜਾਂਦੀ ਹੈ। ਪਰ ਇਹ ਦੇਣੀ ਕਦੋਂ, ਇੱਕ 1 ਆਵਰ ਪਹਿਲਾਂ ਦੇਣੀ ਹੁੰਦੀ ਪੇਸ਼ੈਂਟ ਨੂੰ, ਤਾਂ ਕਿ ਉਹਨੂੰ ਫੂਡ ਦੇਣ ਤੋਂ ਪਹਿਲਾਂ ਵਿਦ ਫੂਡ ਨਹੀਂ ਦੇਣੀ, ਬਿਫੋਰ 1 ਆਵਰ ਪੇਸ਼ੈਂਟ ਨੂੰ ਇਹ ਮੈਡੀਸਿਨ ਦਿੰਦੇ ਆ। ਉਹ ਇੱਕ ਲਾਈਨਿੰਗ ਬਣਾ ਲੈਂਦੀ ਹੈ, ਪ੍ਰੋਟੈਕਸ਼ਨ ਕਰਦੀ ਹੈ, ਤਾਂ ਕਿ ਜਿਹੜੇ ਪੇਸ਼ੈਂਟ ਦੇ ਆਲਰੇਡੀ ਅਲਸਰ ਬਣੇ ਹੁੰਦੇ ਉਹ ਤੋਂ ਉਹਨੂੰ ਪੇਨ ਨਾ ਹੋਵੇ ਤੇ ਉਹ ਹੀਲ ਹੋਣ ਜਲਦੀ। ਤੇ ਇਹ ਸਾਰੀਆਂ ਆਪਾਂ ਚੀਜ਼ਾਂ ਦਿੰਦੇ ਆ। ਐਂਟੀਬਾਇਓਟਿਕਸ, ਕਿਸੇ ਵੀ ਪੇਸ਼ੈਂਟ ਨੂੰ ਐਜੂਕੇਟ ਕਰਨਾ ਜਦੋਂ ਉਹਨੇ ਐਂਟੀਬਾਇਓਟਿਕਸ ਲੈਣੇ ਆ ਜਾਂ ਜ਼ਿਆਦਾ ਪਾਣੀ ਨਾਲ ਲੈਣੇ ਆ, ਫੂਡ ਨਾਲ ਲੈਣੇ ਆ, ਤੇ ਕਿਸੇ ਵੀ ਹੋਰ ਮੈਡੀਸਿਨ ਤੋਂ 2 ਆਵਰਸ ਦਾ ਗੈਪ ਰੱਖਣਾ ਹੈ, ਐਮਟੀ ਸਟਮਕ ਨਹੀਂ ਲੈਣੇ। ਜਦੋਂ ਐਂਟਾਸਿਡ ਦੇਣੇ ਆ ਪੇਸ਼ੈਂਟ ਨੂੰ ਕਹਿੰਦੇ ਐਂਟਾਸਿਡ ਜਿਹੜੇ ਸਵੇਰੇ ਲੈਣੇ ਆ, ਬਾਕੀ ਜਿਹੜੀ ਮੈਡੀਸਿਨ ਉਹ ਤੋਂ ਵੀ 2 ਆਵਰਸ ਦਾ ਗੈਪ ਰੱਖਣਾ ਹੈ। ਨਾਓ ਇਹ ਸੀਗਾ ਆਪਣਾ ਟ੍ਰੀਟਮੈਂਟ, ਮੈਡੀਸਿਨਸ ਕੀ ਦਿੰਦੇ ਆ। ਨਾਓ ਜੇ ਪੇਸ਼ੈਂਟ ਇਹ ਟ੍ਰੀਟਮੈਂਟ ਦੇਣ ਦੇ ਬਾਵਜੂਦ ਵੀ ਪੇਸ਼ੈਂਟ ਦੇ ਜਿਹੜੇ ਅਲਸਰਸ ਨੇ ਉਹ ਨਹੀਂ ਹੋ ਰਹੇ ਰਿਕਵਰ, ਪੇਸ਼ੈਂਟ ਹੋਰ ਜ਼ਿਆਦਾ ਸਵੀਅਰ ਕੰਡੀਸ਼ਨ ਹੋ ਰਹੀ ਆ, ਤਾਂ ਆਪਾਂ ਕੀ ਕਰਾਂਗੇ, ਸਰਜਰੀ ਕਰਾਂਗੇ। ਤਾਂ ਸਰਜਨ ਡਿਸਾਈਡ ਕਰਦਾ ਕਿ ਪੇਸ਼ੈਂਟ ਦੀ ਸਰਜਰੀ ਕੀਤੀ ਜਾਊਗੀ ਜਸਟ ਟੂ ਸੇਵ ਦੀ ਪੇਸ਼ੈਂਟ ਫਰਮ ਦੀ ਕੰਡੀਸ਼ਨ। ਸੋ ਇਹਦੇ ਵਿੱਚ ਆਪਾਂ 2 ਤਰ੍ਹਾਂ ਦੀ ਕਰਦੇ ਹਾਂ, ਇੱਕ ਤਾਂ ਵੈਗੋਟਮੀ ਕਰਦੇ ਹਾਂ ਜਿਹਦੇ ਵਿੱਚ ਜਿਹੜੀ ਵੇਗਸ ਨਰਵ ਹੁੰਦੀ ਹੈ ਜਿਹੜੀ ਆਪਣੇ ਸੈਲਸ ਨੂੰ ਪ੍ਰੋਡਕਸ਼ਨ ਵਾਸਤੇ ਸਟਿਮੂਲੇਟ ਕਰਦੀ ਹੈ, ਤਾਂ ਆਪਾਂ ਉਹਦੀ ਰਿਮੂਵਲ ਕਰਦੇ ਹਾਂ, ਉਹਨੂੰ ਕੱਟ ਦਿੰਦੇ ਉਹਦਾ ਪਾਰਟ, ਤਾਂ ਕਿ ਜਿਹੜੀ ਉਹਦੀ ਸਟਿਮੂਲੇਸ਼ਨ ਉਹ ਘਟ ਜਾਵੇ ਤੇ ਐਸਿਡ ਪ੍ਰੋਡਕਸ਼ਨ ਘੱਟ ਹੋਵੇ। ਹੋਰ ਆਪਾਂ ਕੀ ਕਰਦੇ ਹਾਂ, ਗੈਸਟ੍ਰਿਕ ਰਿਸੈਕਸ਼ਨ ਕਰਦੇ ਹਾਂ। ਇਹਦੇ ਵਿੱਚ ਆਪਾਂ ਪੇਸ਼ੈਂਟ ਦੇ ਜਿਹੜਾ ਪਾਰਟ ਆਫ ਸਟਮਕ ਆ ਉਹਨੂੰ ਕੱਟ ਦਿੰਦੇ ਆ, ਤਾਂ ਕਿ ਜਿੱਥੇ ਅਲਸਰਸ ਬਣੇ ਨੇ ਆਲਰੇਡੀ ਵਰਸ ਹੋ ਚੁੱਕੇ ਨੇ, ਉੱਥੇ ਅਲਸਰਸ ਠੀਕ ਨਹੀਂ ਹੋ ਰਹੇ, ਪੇਸ਼ੈਂਟ ਨੂੰ ਪੇਨ ਇਨਕਰੀਜ਼ ਹੋ ਰਹੀ ਹੈ, ਆਪਾਂ ਉਹਦਾ ਜਿਹੜਾ ਰਿਮੂਵ ਸਟਮਕ ਦਾ ਪਾਰਟ ਹੈ ਉਹ ਰਿਮੂਵ ਕਰ ਦਿੰਦੇ ਹਾਂ ਇਹਦੇ ਵਿੱਚ। ਤੇ ਇਹਦੇ ਵਿੱਚ ਐਨੋਸਟਮੋਸਿਸ ਕਰ ਦਿੰਦੇ ਹਾਂ, ਜਿਵੇਂ ਪਾਇਲੋਰਸ ਇਹਦੇ ਇਸੋਫੇਗਸ ਨੂੰ ਸਿੱਧਾ ਪਾਇਲੋਰਸ ਨਾਲ, ਜਿਹੜੀ ਪਰ ਇਹ ਵਾਲੇ ਪੇਸ਼ੈਂਟ ਵਿੱਚ ਜਿਹੜੀ ਫਿਰ ਫੂਡ ਹੁੰਦੀ ਆ ਉਹਦੀ ਅਬਜ਼ੌਰਪਸ਼ਨ ਘੱਟ ਜਾਂਦੀ ਹੈ। ਇਹਦੇ ਵਿੱਚ ਆਪਾਂ ਪੇਸ਼ੈਂਟ ਨੂੰ ਕਹਿਣਾ ਹੁੰਦਾ ਕਿ ਸਮਾਲ ਤੇ ਫ੍ਰੀਕੁਐਂਟ ਮੀਲਸ ਲੈਣੇ ਨੇ, ਹੈਵੀ ਮੀਲਸ ਨਹੀਂ ਲੈਣੇ। ਤੇ ਇਹ ਵਾਲੀਆਂ ਸਾਰੀਆਂ ਚੀਜ਼ਾਂ ਧਿਆਨ ਰੱਖਣਾ। ਦਿਸ ਇਜ਼ ਸੋ ਟੂਡੇ ਵੀ ਡਿਸਕਸਡ ਪੈਪਟਿਕ ਅਲਸਰ ਡਿਜ਼ੀਜ਼। ਹੋਪ ਯੂ ਅੰਡਰਸਟੈਂਡ the topic.